Hanji students, today we are going to discuss about the exercise number 54. The name of the exercise is passive verb forms. Okay, in this exercise we talk about active passive verb forms. Okay, start from introduction. A passive verb is a form of be plus passive participle. For example, is baked, was born. Some participles are irregular. So here passive verb ਦਾ ਕੀ meaning ਹੁੰਦਾ ਹੈ? Passive verb means is a form of be plus a passive participle. Passive participle ਹੁੰਦਾ ਹੈ verb ਦੀ third form plus be form means के is, am, are, was, were, has, have, had. ਓਕੇ ਇਹ ਸਾਰੀਆਂ ਆਪਣੇ ਕੋਲ ਕੀ ਨੇ ਬੀ ਫਾਰਮਸ ਨੇ ਤਾਂ ਇਹਨਾਂ ਨੂੰ ਬੋਲਦੇ ਨੇ ਜਦੋਂ ਆਪਾਂ ਐਕਟਿਵ ਪੈਸਿਵ ਟੈਂਸਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਐਕਟਿਵ ਪੈਸਿਵ ਆਉਣ ਲਈ ਜ਼ਰੂਰੀ ਨੇ ਐਕਟਿਵ ਹੁੰਦਾ ਦੇਖੋ ਜਿਸ ਤਰ੍ਹਾਂ ਆਪਾਂ ਲਿਖਦੇ ਹਾਂ ਹੀ ਪਲੇਜ਼ ਫੁੱਟਬਾਲ ਦਿਸ ਇਜ਼ ਐਕਟਿਵ ਟੈਂਸ ਓਕੇ ਐਕਟਿਵ ਦੇ ਵਿੱਚ ਦੇਖੋ ਕੀ ਹੁੰਦਾ ਐਕਟਿਵ ਟੈਂਸਸ ਦੇ ਵਿੱਚ ਜਿਹੜਾ ਆਪਣਾ ਮੇਨ ਸਬਜੈਕਟ ਹੁੰਦਾ ਇਹ ਸਬਜੈਕਟ ਹੈ ਇਹ ਵਰਬ ਹੈ ਇਹ ਆਪਣਾ ਆਬਜੈਕਟ ਹੈ ਜਿਹੜਾ ਆਪਣਾ ਮੇਨ ਸਬਜੈਕਟ ਹੁੰਦਾ ਉਹਦੇ ਉੱਪਰ ਜ਼ਿਆਦਾ ਸਟ੍ਰੈਸ ਦਿੱਤਾ ਜਾਂਦਾ ਕਿ ਆਪਣਾ ਸਬਜੈਕਟ ਕੀ ਕਰ ਰਿਹਾ ਹੀ ਪਲੇਜ਼ ਫੁੱਟਬਾਲ ਹੂ ਪਲੇਜ਼ ਫੁੱਟਬਾਲ ਹੀ ਪਲੇਜ਼ ਫੁੱਟਬਾਲ ਉਹ ਫੁੱਟਬਾਲ ਖੇਡਦਾ ਠੀਕ ਹੈ ਉਹਦੇ ਉੱਪਰ ਸਬਜੈਕਟ ਦੇ ਉੱਪਰ ਜ਼ਿਆਦਾ ਸਟ੍ਰੈਸ ਦਿੱਤਾ ਜਾਂਦਾ ਅਗਰ ਆਪਾਂ ਸੇਮ ਸੈਂਟੈਂਸ ਨੂੰ ਪੈਸਿਵ ਫਾਰਮ ਦੇ ਵਿੱਚ ਲਿਖਦੇ ਹਾਂ ਆਪਾਂ ਕੀ ਲਿਖਾਂਗੇ ਫੁੱਟਬਾਲ is played by him ਜਾਂ ਆਪਾਂ ਇਹ ਵੀ ਲਿਖ ਸਕਦੇ ਹਾਂ ਫੁੱਟਬਾਲ ਇਜ਼ ਪਲੇਡ ਫੁੱਟਬਾਲ ਖੇਡੀ ਜਾ ਰਹੀ ਸੀ ਬਾਈ ਹਿਮ ਉਹਦੇ ਦੁਆਰਾ ਤਾਂ ਕੀ ਖੇਡਿਆ ਜਾ ਰਿਹਾ ਸੀ ਫੁੱਟਬਾਲ ਤਾਂ ਜਦੋਂ ਪੈਸਿਵ ਸੈਂਟੈਂਸ ਦੀ ਗੱਲ ਕਰਦੇ ਹਾਂ ਉੱਥੇ ਆਪਣਾ ਜਿਹੜਾ ਐਕਟਿਵ ਦਾ ਆਬਜੈਕਟ ਹੁੰਦਾ ਉਹ ਮੇਨ ਹੋ ਜਾਂਦਾ ਉਹਦੇ ਉੱਪਰ ਜ਼ਿਆਦਾ ਫੋਕਸ ਕੀਤਾ ਜਾਂਦਾ ਤੇ ਅਦਰਵਾਈਜ਼ ਐਕਟਿਵ ਦੇ ਵਿੱਚ ਆਪਣੇ ਸਬਜੈਕਟ ਦੇ ਉੱਪਰ ਜ਼ਿਆਦਾ ਫੋਕਸ ਕੀਤਾ ਜਾਂਦਾ ਓਕੇ ਸੋ ਹੇਅਰ ਵੀ ਹੈਵ ਸਮਰੀ ਆਫ ਵਰਬ ਟੈਂਸਸ ਤਾਂ ਕਿਸ ਤਰ੍ਹਾਂ ਆਪਾਂ ਟੈਂਸਸ ਨੂੰ ਚੇਂਜ ਕਰਦੇ ਹਾਂ ਤਾਂ ਅਗਰ ਆਪਣੇ ਕੋਲ ਐਕਟਿਵ ਟੈਂਸ ਪਾਸਟ ਪ੍ਰੈਜ਼ੈਂਟ ਸਿੰਪਲ ਦੇ ਵਿੱਚ ਹੈਗਾ ਠੀਕ ਹੈ ਜਿਸ ਤਰ੍ਹਾਂ ਆਪਾਂ ਕੀਤਾ ਸੀ ਹੀ ਪਲੇਜ਼ ਫੁੱਟਬਾਲ ਵੀ ਵੇਕ ਦਾ ਬ੍ਰੈਡ ਹੇਅਰ ਤਾਂ ਇਹਨੂੰ ਪੈਸਿਵ ਦੇ ਵਿੱਚ ਕਿੱਦਾਂ ਲਿਖਾਂਗੇ ਦਾ ਬ੍ਰੈਡ ਇਜ਼ ਬੇਕਡ ਹੇਅਰ ਓਕੇ ਅਗਰ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਦੀ ਗੱਲ ਕਰਦੇ ਹਾਂ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਆਪਣੇ ਕੋਲ ਕੀ ਹੁੰਦਾ ਇਜ਼ ਐਮ ਆਰ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ਆਈ ਐਨ ਜੀ ਤਾਂ ਇਹ ਆਈ ਐਨ ਜੀ ਹੁੰਦੀ ਹੈ ਜਿਹੜੀ ਇਹ ਪੈਸਿਵ ਦੇ ਵਿੱਚ ਜਾ ਕੇ ਕੀ ਬਣ ਜਾਂਦੀ ਹੈ ਬੀਇੰਗ ਬਣ ਜਾਂਦੀ ਹੈ ਤਾਂ ਦੇਖੋ ਇੱਥੇ ਆਰ ਲੱਗਿਆ ਹੋਇਆ ਤਾਂ ਇਹ ਪੈਸਿਵ ਦੇ ਵਿੱਚ ਜਾ ਕੇ ਇਜ਼ ਕਿਉਂ ਬਣਿਆ ਕਿਉਂਕਿ ਆਪਾਂ ਬ੍ਰੈਡ ਨੂੰ ਸਬਜੈਕਟ ਬਣਾ ਲਿਆ ਤੇ ਜਿਹੜਾ ਬ੍ਰੈਡ ਹੈਗਾ ਉਹਦੇ ਨਾਲ ਜਿਹੜੀ ਵਰਬ ਹੈਗੀ ਉਹ ਸਿੰਗੂਲਰ ਹੀ ਲੱਗੇਗੀ ਕਿਉਂਕਿ ਵੀ ਪਲੂਰਲ ਸੀਗਾ ਤਾਂ ਉਹਦੇ ਨਾਲ ਆਰ ਲੱਗਿਆ ਦਾ ਬ੍ਰੈਡ ਸਿੰਗੂਲਰ ਤੇ ਇਸ ਕਰਕੇ ਆਪਾਂ ਇਹਨੂੰ ਕੀ ਬਣਾਤਾ ਇਜ਼ ਤਾਂ ਜਿਹੜਾ ਪ੍ਰੈਜ਼ੈਂਟ ਕੰਟੀਨਿਊਸ ਹੈਗਾ ਉਹ ਪੈਸਿਵ ਦੇ ਵਿੱਚ ਕਿਸ ਤਰ੍ਹਾਂ ਚੇਂਜ ਹੁੰਦਾ ਦਾ ਬ੍ਰੈਡ ਇਜ਼ ਬੀਇੰਗ ਬੇਕਡ ਤਾਂ ਇੱਥੇ ਆਪਾਂ ਜਿਹੜਾ ਸਬਜੈਕਟ ਹੁੰਦਾ ਉਹ ਇੰਪੋਰਟੈਂਟ ਨਹੀਂ ਹੁੰਦਾ ਉਹਨੂੰ ਕੱਟ ਵੀ ਸਕਦੇ ਹਾਂ ਅਦਰਵਾਈਜ਼ ਲਿਖ ਵੀ ਸਕਦੇ ਹਾਂ ਬਾਏ ਅਸ ਓਕੇ ਤਾਂ ਅਗਰ ਪ੍ਰੈਜ਼ੈਂਟ ਪਰਫੈਕਟ ਦੀ ਗੱਲ ਕਰਦੇ ਹਾਂ ਪ੍ਰੈਜ਼ੈਂਟ ਪਰਫੈਕਟ ਵੀ ਹੈਵ ਵੇਕਡ ਦਾ ਬ੍ਰੈਡ ਇਹ ਪ੍ਰੈਜ਼ੈਂਟ ਪਰਫੈਕਟ ਟੈਂਸ ਹੈ ਤਾਂ ਜਦੋਂ ਇਹਨੂੰ ਪੈਸਿਵ ਦੇ ਵਿੱਚ ਬਣਾਵਾਂਗੇ ਤਾਂ ਆਪਾਂ ਕੀ ਲਿਖਾਂਗੇ ਦਾ ਬ੍ਰੈਡ ਹੈਜ਼ ਬੀਨ ਬੇਕਡ ਪਾਸਟ ਸਿੰਪਲ ਦੇ ਵਿੱਚ ਆਪਾਂ ਕੀ ਕਰਦੇ ਜਿਸ ਤਰ੍ਹਾਂ ਪ੍ਰੈਜ਼ੈਂਟ ਸਿੰਪਲ ਦੇ ਵਿੱਚ ਆਪਾਂ ਇਜ਼ ਐਮ ਆਰ ਲਗਾਉਂਦੇ ਸੀ ਇੱਥੇ ਆਪਾਂ ਕੀ ਲਗਾ ਦਾਂਗੇ ਵਾਜ਼ ਵਰ ਲਗਾ ਕੇ ਵਰਬ ਦੀ ਥਰਡ ਫਾਰਮ ਲਗਾਵਾਂਗੇ ਉਸ ਤੋਂ ਬਾਅਦ ਪਾਸਟ ਕੰਟੀਨਿਊਸ ਵੀ ਸੇਮ ਬਣ ਜੂਗਾ ਵਾਜ਼ ਵਰ ਐਜ਼ ਇਟ ਇਜ਼ ਐਂਡ ਬੀਇੰਗ ਪਲੱਸ ਵਰਬ ਦੀ ਥਰਡ ਫਾਰਮ ਉਸ ਤੋਂ ਬਾਅਦ ਪਾਸਟ ਪਰਫੈਕਟ ਹੈਡ ਬੇਕਡ ਮਤਲਬ ਹੈਡ ਬੀਨ ਬੇਕਡ ਓਕੇ ਤਾਂ ਇਹ ਜਿਹੜੀ ਬੀ ਫਾਰਮ ਹੈ ਉਹ ਕੀ ਬਣ ਜੂਗੀ ਥਰਡ ਫਾਰਮ ਬਣ ਜੂਗੀ ਬੀਨ ਤਾਂ ਇਹ ਆਪਾਂ ਜਿਸ ਤਰ੍ਹਾਂ ਐਕਟਿਵ ਟੂ ਪੈਸਿਵ ਚੇਂਜ ਕਰਦੇ ਹਾਂ ਤੁਹਾਨੂੰ ਆਉਣੇ ਚਾਹੀਦੇ ਨੇ ਤੁਹਾਡੇ ਸਕੂਲ ਦੇ ਵਿੱਚ ਵੀ ਤੁਹਾਨੂੰ ਕਰਵਾਏ ਜਾਂਦੇ ਨੇ ਐਕਟਿਵ ਪੈਸਿਵ ਟੈਂਸ +1 +2 10th ਸਟੈਂਡਰਡ ਦੇ ਵਿੱਚ ਵੀ ਫਾਰਮ ਨੈਗੇਟਿਵਸ ਐਂਡ ਕੁਐਸਚਨਸ ਇਨ ਦਾ ਸੇਮ ਵੇ ਐਜ਼ ਇਨ ਐਕਟਿਵ ਸੈਂਟੈਂਸਸ ਜਿਸ ਤਰ੍ਹਾਂ ਆਪਾਂ ਐਕਟਿਵ ਦੇ ਵਿੱਚ ਨੈਗੇਟਿਵ ਬਣਾਉਣੇ ਆ ਦੇਖੋ ਫਸਟ ਐਗਜ਼ਾਮਪਲ ਲੈਂਦੇ ਹਾਂ ਵੀ ਵੇਕ ਦਾ ਬ੍ਰੈਡ ਓਕੇ ਆਪਾਂ ਇੱਥੇ ਕੀ ਲਿਖਾਂਗੇ ਵੀ ਡੋਂਟ ਬ੍ਰੇਕ ਦਾ ਬ੍ਰੈਡ ਤਾਂ ਇੱਥੇ ਆਪਾਂ ਨੈਗੇਟਿਵ ਦੇ ਵਿੱਚ ਕੀ ਲਿਖਾਂਗੇ ਦਾ ਬ੍ਰੈਡ ਇਜ਼ ਨਾਟ ਬੇਕਡ ਹੇਅਰ ਤਾਂ ਆਪਣੇ ਕੋਲ ਜਿਹੜੀ ਇੱਥੇ ਬੀ ਫਾਰਮ ਲੱਗੀ ਹੋਏਗੀ ਉਹਦੇ ਨਾਲ ਆਪਾਂ ਕੀ ਲਗਾ ਦਾਂਗੇ ਨਾਟ ਲਗਾ ਦਾਂਗੇ ਨੈਗੇਟਿਵ ਦੇ ਵਿੱਚ ਵੇਅਰ ਇਜ਼ ਦਾ ਬ੍ਰੈਡ ਬੇਕਡ
ਇਹ ਆਪਣੇ ਕੋਲ ਕੀ ਆ ਗਈ, ਕੁਐਸਚਨ ਫਾਰਮ ਆ ਗਈ। ਤਾਂ ਕੁਐਸਚਨ ਫਾਰਮ ਦੇ ਵਿੱਚ ਵੀ ਆਪਾਂ ਸਟਰਕਚਰ ਉੱਦਾਂ ਹੀ ਰੱਖਣਾ ਹੈ, ਬਟ ਉਹਨੂੰ ਆਪਾਂ ਕੁਐਸਚਨ ਫਾਰਮ ਦੇ ਵਿੱਚ ਬਣਾ ਦੇਣਾ, ਠੀਕ ਹੈ। ਜਿਸ ਤਰ੍ਹਾਂ ਆਪਾਂ ਸਿੰਪਲ ਕੁਐਸਚਨਸ ਪੁੱਟ ਕਰਦੇ ਹਾਂ ਤਾਂ WH ਵਾਲਾ ਵਰਡ ਲੱਗ ਜਾਂਦਾ ਅੱਗੇ, ਇਜ਼ ਐਜ਼ ਇਟ ਇਜ਼ ਹੋ ਗਿਆ, ਦਾ ਬ੍ਰੈਡ ਵਰਬ ਦੀ ਥਰਡ ਫਾਰਮ ਬੇਕਡ, ਓਕੇ। ਤਾਂ ਨੈਕਸਟ ਉਹਨਾਂ ਨੇ ਦਿੱਤਾ ਹੋਇਆ ਸੀ ਦਾ ਫਿਊਚਰ ਐਂਡ ਦਾ ਮੋਡਾਲ ਵਰਬਸ ਇਨ ਪੈਸਿਵ। ਤਾਂ ਪੈਸਿਵ ਫਾਰਮ ਦੇ ਵਿੱਚ ਫਿਊਚਰ ਟੈਂਸ ਜਾਂ ਫਿਰ ਮੋਡਾਲ ਵਰਬਸ ਕਿਸ ਤਰ੍ਹਾਂ ਯੂਜ਼ ਹੁੰਦੀਆਂ ਨੇ, ਪਹਿਲਾਂ ਆਪਾਂ ਪ੍ਰੈਜ਼ੈਂਟ ਤੇ ਪਾਸਟ ਬਾਰੇ ਗੱਲ ਕੀਤੀ ਸੀ ਉੱਪਰ। ਇੱਥੇ ਆਪਾਂ ਗੱਲ ਕਰ ਰਹੇ ਹਾਂ ਫਿਊਚਰ ਬਾਰੇ। ਵੀ ਯੂਜ਼ ਬੀ ਪਲੱਸ ਅ ਪੈਸਿਵ ਪਾਰਟੀਸਿਪਲ ਆਫਟਰ ਵਿਲ, ਬੀ, ਗੋਇੰਗ ਟੂ, ਕੈਨ, ਮਸਟ ਹੈਵ। ਤਾਂ ਦੇਖੋ ਇੱਕ ਆਪਣੇ ਕੋਲ ਹੁੰਦੀਆਂ ਨੇ, ਆਪਾਂ ਆਕਸਿਲਰੀ ਵਰਬਸ ਬੋਲਦੇ ਹਾਂ, ਠੀਕ ਹੈ। ਵਿਲ ਵੀ ਆਪਣੇ ਕੋਲ ਆਕਸਿਲਰੀ ਵਰਬ ਹੈ, ਇਜ਼, ਐਮ, ਆਰ, ਹੈਜ਼, ਹੈਵ, ਬੀਨ, ਵਾਜ਼, ਵਰ, ਇਹ ਆਪਣੇ ਕੋਲ ਕੀ ਨੇ, ਆਕਸਿਲਰੀ ਵਰਬਸ ਨੇ। ਜਦੋਂ ਵੀ ਆਪਾਂ ਪੈਸਿਵ ਟੈਂਸ ਬਣਾਉਣੇ ਆ, ਦੇਖੋ ਐਕਟਿਵ ਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ, ਵਿਲ, ਸ਼ੈਲ ਦੇ ਵਿੱਚੋਂ ਇੱਕ ਪਲੱਸ ਵਰਬ ਦੀ ਫਸਟ ਫਾਰਮ, ਠੀਕ ਹੈ, ਫਿਊਚਰ ਟੈਂਸ ਦੇ ਵਿੱਚ। ਬਟ ਜਦੋਂ ਆਪਾਂ ਉਹਨੂੰ ਪੈਸਿਵ ਦੇ ਵਿੱਚ ਚੇਂਜ ਕਰਾਂਗੇ ਤਾਂ ਵਿਲ ਆਪਣੇ ਕੋਲ ਜਾਂ ਫਿਰ ਕੋਈ ਵੀ ਮੋਡਾਲ ਵਰਬ ਹੈਗੀ ਹੈ, ਸ਼ੁੱਡ, ਆਊਟ, ਓਕੇ, ਤਾਂ ਉਹ ਐਜ਼ ਇਟ ਇਜ਼ ਹੀ ਰਹਿ ਜਾਂਦੀ ਹੈ। ਉਸ ਤੋਂ ਬਾਅਦ ਬੀ ਹੁੰਦੀ ਹੈ ਨਾ ਜਿਹੜੀ, ਆਪਣੇ ਕੋਲ ਬੀ ਦਾ ਕੀ ਰਹਿ ਜਾਂਦਾ, ਬੀ, ਕਿਉਂਕਿ ਆਪਾਂ ਵਿਲ ਦੇ ਨਾਲ ਇਜ਼, ਐਮ, ਆਰ, ਵਾਜ਼, ਵਰ, ਹੈਜ਼, ਹੈਵ ਯੂਜ਼ ਨਹੀਂ ਕਰ ਸਕਦੇ, ਇਸ ਕਰਕੇ ਇਹ ਬੀ ਹੈ ਜਿਹੜਾ ਐਜ਼ ਇਟ ਇਜ਼ ਹੀ ਆਪਾਂ ਉਹਨੂੰ ਲਿਖਦੇ ਹਾਂ। ਬੀ ਵੀ ਵਰਬ ਦੀ ਇੱਕ ਫਾਰਮ ਮੰਨੀ ਜਾਂਦੀ ਹੈ। ਸੋ ਆਪਾਂ ਇੱਥੇ ਕੀ ਲਿਖਦੇ ਹਾਂ, ਐਕਟਿਵ, ਵੀ ਵਿਲ ਬੇਕ ਦਾ ਬ੍ਰੈਡ ਨੈਕਸਟ ਡੇ, ਤਾਂ ਉਹਨੂੰ ਪੈਸਿਵ ਫਾਰਮ ਦੇ ਵਿੱਚ ਚੇਂਜ ਕਰਾਂਗੇ, ਦਾ ਬ੍ਰੈਡ ਵਿਲ ਬੀ ਬੇਕਡ ਨੈਕਸਟ। ਨੈਕਸਟ ਉਹਨਾਂ ਨੇ ਦਿੱਤਾ ਹੈ ਮੋਡਾਲ ਵਰਬਸ ਯੂਜ਼ ਕਰਦੇ ਹਾਂ। ਦੇਖੋ ਵੀ ਸ਼ੁੱਡ ਬੇਕ ਦਾ ਬ੍ਰੈਡ, ਤਾਂ ਜਦੋਂ ਆਪਾਂ ਉਹਨੂੰ ਪੈਸਿਵ ਦੇ ਵਿੱਚ ਲਿਖਾਂਗੇ ਤਾਂ ਆਪਾਂ ਕੀ ਬਣਾਵਾਂਗੇ, ਦਾ ਬ੍ਰੈਡ ਸ਼ੁੱਡ ਬੀ ਬੇਕਡ। ਤਾਂ ਇਹ ਤੁਹਾਨੂੰ ਲਰਨ ਕਰਨਾ ਪਏਗਾ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਲਰਨ ਹੋਏਗਾ, ਅੰਡਰਸਟੈਂਡਿੰਗ ਹੋਏਗੀ ਤੁਹਾਡੀ ਐਕਟਿਵ ਪੈਸਿਵ ਟੈਂਸਸ ਦੇ ਨਾਲ। ਨੈਕਸਟ ਉਹਨਾਂ ਨੇ ਆਪਾਂ ਨੂੰ ਲਾਸਟ ਤੇ ਇੱਕ ਪੁਆਇੰਟ ਦਿੱਤਾ ਹੋਇਆ, ਦਾ ਪੈਸਿਵ ਵਿਦ ਗੈਟ। what is the meaning of get here? We will discuss about this. We sometimes use get in the passive instead of be। ਤਾਂ ਜਿਹੜੀ ਆਪਾਂ be form use ਕਰਦੇ ਹਾਂ, has, have, had, ਠੀਕ ਹੈ, ਤਾਂ ਉਹਦੀ ਜਗ੍ਹਾ ਤੇ ਆਪਾਂ ਕਈ ਵਾਰ ਕੀ use ਕਰ ਲੈਂਦੇ ਹਾਂ, get, get, got, okay। ਸੋ ਐਗਜ਼ਾਮਪਲ ਡਿਸਕਸ ਕਰਦੇ ਹਾਂ। lots of postmen get bitten by dogs। ਤਾਂ ਆਪਣੇ ਕੋਲ verb ਦੀ ਥਰਡ ਫਾਰਮ ਕੀ ਹੈ, bitten। ਤਾਂ get ਆਪਾਂ ਕਿਹਦੀ ਜਗ੍ਹਾ ਤੇ ਯੂਜ਼ ਕੀਤਾ, has, ਤਾਂ ਆਪਾਂ ਇਹਨੂੰ has, have ਦੀ ਜਗ੍ਹਾ ਤੇ ਯੂਜ਼ ਕਰ ਸਕਦੇ ਹਾਂ, ਓਕੇ। get ਹੁੰਦਾ ਜਿਹੜਾ ਇਹ ਇਨਫੋਰਮਲ ਹੁੰਦਾ, we often use it for something happened by accident or unexpectedly। ਤਾਂ ਜਦੋਂ ਕੋਈ ਚੀਜ਼ ਬਾਏ ਚਾਂਸ, ਠੀਕ ਹੈ, ਐਕਸੀਡੈਂਟਲੀ ਹੋ ਜਾਂਦੀ ਹੈ ਜਾਂ ਅਨਐਕਸਪੈਕਟਡਲੀ ਆਪਾਂ ਉਸ ਚੀਜ਼ ਨੂੰ ਐਕਸਪੈਕਟ ਨਹੀਂ ਕਰ ਰਹੇ, ਸਡਨਲੀ ਉਹ ਚੀਜ਼ ਹੈਪਨ ਹੁੰਦੀ ਹੈ, ਤਾਂ ਉਹਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ, ਗੈਟ ਯੂਜ਼ ਕਰਦੇ ਹਾਂ। ਅਗਰ ਨੈਗੇਟਿਵ ਦੀ ਗੱਲ ਕਰਦੇ ਹਾਂ ਤੇ ਕੁਐਸਚਨ ਦੀ ਗੱਲ ਕਰਦੇ ਹਾਂ, ਪ੍ਰੈਜ਼ੈਂਟ ਦੇ ਵਿੱਚ, ਪਾਸਟ ਦੇ ਵਿੱਚ, ਤਾਂ ਆਪਾਂ ਗੈਟ ਦੇ ਨਾਲ ਕਿਹੜੀ ਫਾਰਮ ਯੂਜ਼ ਕਰਨੀ ਹੈ, ਡੋਂਟ ਔਰ ਡਿਡ। ਪਾਸਟ ਟੈਂਸ ਦੇ ਵਿੱਚ ਡਿਡ ਐਂਡ ਪ੍ਰੈਜ਼ੈਂਟ ਦੇ ਵਿੱਚ ਡੋਂਟ। ਤਾਂ ਗੈਟ ਆਪਾਂ ਆਲਵੇਜ਼ ਕਿੱਥੇ ਯੂਜ਼ ਕਰਨਾ, ਗੈਟ ਜਾਂ ਫਿਰ ਗੋਟ ਆਪਾਂ ਕਿੱਥੇ ਯੂਜ਼ ਕਰਨਾ ਹੈ, ਜਿਹੜੀ ਆਪਾਂ ਵਰਬ ਦੀ ਥਰਡ ਫਾਰਮ ਤੋਂ ਪਹਿਲਾਂ ਬੀ ਫਾਰਮ ਯੂਜ਼ ਕਰਦੇ ਹਾਂ ਉਹਦੀ ਜਗ੍ਹਾ ਤੇ ਆਪਾਂ ਕੀ ਯੂਜ਼ ਕਰਨਾ ਹੈ, ਗੈਟ ਯੂਜ਼ ਕਰਨਾ। ਵੀ ਆਲਸੋ ਯੂਜ਼ ਗੈਟ ਇਨ ਦੀਜ਼ ਐਕਸਪ੍ਰੈਸ਼ਨਸ। ਜਿਸ ਤਰ੍ਹਾਂ ਆਪਾਂ ਕਹਿੰਦੇ ਹੁੰਦੇ ਕਿ ਆਈ ਗੈਟ ਡਰੈਸਡ, ਕਿ ਮੈਂ ਡਰੈਸ ਪਾ ਲਈ ਹੈ, ਠੀਕ ਹੈ। ਆਈ ਗੋਟ ਚੇਂਜਡ, ਆਈ ਗੈਟ ਵਾਸ਼ਡ, ਕਿ ਮੈਂ ਆਪਣੇ ਮਤਲਬ ਜਦੋਂ ਖੁਦ ਦੀ ਗੱਲ ਕਰ ਰਹੇ ਹਾਂ ਆਪਾਂ। ਗੈਟ ਲੋਸਟ ਆਪਾਂ ਕਹਿੰਦੇ ਹਾਂ ਗੈਟ ਲੋਸਟ, ਓਕੇ। ਤਾਂ ਇਹਨਾਂ ਵਰਡਸ ਦੇ ਨਾਲ ਕੀ ਆਲਵੇਜ਼ ਆਪਾਂ ਕੀ ਯੂਜ਼ ਕਰਦੇ ਹਾਂ, ਹੈਜ਼, ਹੈਵ ਦੀ ਜਗ੍ਹਾ ਤੇ ਗੈਟ ਜ਼ਿਆਦਾ ਯੂਜ਼ ਕਰਦੇ ਹਾਂ, ਓਕੇ। ਤਾਂ ਇੱਧਰ ਆਪਾਂ ਨੂੰ ਐਕਸਰਸਾਈਜ਼ ਦੇ ਵਿੱਚ ਉਹਨਾਂ ਨੇ ਕੀ ਦਿੱਤਾ ਹੋਇਆ, ਸੈਕਿੰਡ ਨੰਬਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੈਸਿਵ ਫਾਰਮਸ ਨੇ ਜਿਹੜੀਆਂ ਵਰਬ ਦੀਆਂ ਉਹ ਫਿਲ ਕਰਨੀਆਂ ਨੇ। ਤਾਂ ਆਪਾਂ ਨੂੰ ਉਹਨਾਂ ਨੇ ਵਰਡਸ ਵੀ ਦਿੱਤੇ ਹੋਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਹਦੀ ਪਾਸਟ ਫਾਰਮ ਦੇ ਵਿੱਚ ਯੂਜ਼ ਕਰਨਾ। ਇੱਧਰ ਆਪਾਂ ਨੂੰ ਰੂਲਸ ਦਿੱਤੇ ਸੀ ਜੋ ਪਾਸਟ ਦੇ, ਠੀਕ ਹੈ। ਤਾਂ ਉਸੇ ਹੀ ਤਰ੍ਹਾਂ ਇਹਨਾਂ ਨੂੰ ਫਿਲ ਕਰਨਾ। ਅਗਰ ਉਹਨਾਂ ਨੇ ਕਿਹਾ ਕਿ ਬਿਲਡ ਨੂੰ ਪਾਸਟ ਸਿੰਪਲ ਦੇ ਵਿੱਚ ਆਪਾਂ ਵਾਜ਼ ਵਰ ਲਗਾ ਕੇ ਬਿਲਡ ਦੀ ਥਰਡ ਫਾਰਮ ਲਗਾ ਦਾਂਗੇ ਬਿਲਡ, ਓਕੇ। ਉਹਨਾਂ ਨੇ ਕਿਹਾ ਪਾਸਟ ਕੰਟੀਨਿਊਸ ਦੇ ਵਿੱਚ ਆਪਾਂ ਕੀ ਲਗਾ ਦਾਂਗੇ, ਵਾਜ਼ ਵਰ ਯੂਜ਼ਿੰਗ। ਇਸ ਤਰ੍ਹਾਂ ਤੁਹਾਡਾ ਜਿਹੜਾ ਹੋ ਜਾਏਗਾ ਕੰਟੀਨਿਊਸ ਦੇ ਵਿੱਚ ਵਾਜ਼ ਵਰ ਬੀਇੰਗ ਯੂਜ਼ਿੰਗ ਲੱਗੇਗਾ, ਯੂਜ਼ਡ ਲੱਗੇਗਾ, ਓਕੇ। ਤਾਂ ਪੈਸਿਵ ਦੇ ਵਿੱਚ ਤਾਂ ਅਗਰ ਪਾਸਟ ਸਿੰਪਲ ਦੀ ਗੱਲ ਕਰਦੇ ਹਾਂ, ਐਕਟਿਵ ਦੀ, ਉਹ ਹੁੰਦਾ ਵਾਜ਼ ਵਰ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ING। ਅਗਰ ਆਪਾਂ ਪੈਸਿਵ ਦੀ ਗੱਲ ਕਰਦੇ ਹਾਂ ਤਾਂ ਉਹ ਹੁੰਦਾ ਵਾਜ਼ ਵਰ ਪਲੱਸ ਬੀਇੰਗ ਪਲੱਸ ਵਰਬ ਦੀ ਥਰਡ ਫਾਰਮ। ਤਾਂ ਥਰਡ ਦੇ ਵਿੱਚ ਕੀ ਕਰਨਾ ਆਪਾਂ, ਥਰਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਫਿਊਚਰ ਐਂਡ ਮੋਡਾਲ ਵਰਬਸ ਇਨ ਦਾ ਪੈਸਿਵ। ਤਾਂ ਫਿਊਚਰ ਦੇ ਜਿਹੜੇ ਮੋਡਾਲਸ ਆਪਾਂ ਕੀਤੇ ਸੀ, ਵਿਲ ਬੀ ਵੇਕਡ, ਵਿਲ ਬੀ ਡਨ, ਓਕੇ, ਸ਼ੁੱਡ ਬੀ ਅਬਾਊਟ, ਕੈਨੋਟ ਬੀ, ਤਾਂ ਉਹ ਆਪਾਂ ਯੂਜ਼ ਕਰਨੇ ਨੇ।
ਤਾਂ ਲਾਸਟ ਦੇ ਵਿੱਚ ਫੋਰਥ ਦੇ ਵਿੱਚ ਆਪਾਂ ਗੈਟ ਯੂਜ਼ ਕਰਨਾ ਹੈ। ਆਪਾਂ ਦੇਖਣਾ ਹੈ ਕਿ ਗੈਟ ਆਏਗਾ ਜਾਂ ਫਿਰ ਗॉट ਆਏਗਾ। ਓਕੇ, ਅਗਰ ਪਾਸਟ ਟੈਂਸ ਹੈ ਤਾਂ ਗॉट ਆਏਗਾ, ਅਗਰ ਪ੍ਰੈਜ਼ੈਂਟ ਟੈਂਸ ਹੈ ਤਾਂ ਗੈਟ ਪਲੱਸ ਵਰਬ ਦੀ ਥਰਡ ਫਾਰਮ ਯੂਜ਼ ਹੋਏਗੀ। I hope it is clear to all of you.